प्यारे विद्यार्थियों, वाहिगुरू जी का खालसा वाहिगुरू जी की फतेह। ਜਿਵੇਂ ਕਿ ਆਪਾਂ ਪਾਠ 3 ਮਹਾਤਮਾ ਗਾਂਧੀ ਪੜ੍ਹ ਰਹੇ ਸੀਗੇ, ਜਿਸ ਦਾ ਪਹਿਲਾ ਪੇਜ ਆਪਾਂ ਪੜ੍ਹ ਚੁੱਕੇ ਹਾਂ। ਔਰ ਆਈ ਹੋਪ ਕਿ ਤੁਸੀਂ ਆਪਣੇ ਮਾਤਾ ਪਿਤਾ ਨੂੰ ਉਹ ਪੇਜ ਪੜ੍ਹ ਕੇ ਜ਼ਰੂਰ ਸੁਣਾਇਆ ਹੋਵੇਗਾ ਔਰ 3-4 ਵਾਰੀ ਰੀਡ ਕੀਤਾ ਹੋਵੇਗਾ, ਕਿਉਂਕਿ ਆਪਣੇ ਕੋਲ ਵਿੱਚ ਬਹੁਤ ਸਾਰੇ ਦਿਨ ਸਨ। ਇੱਕ ਵਾਰੀ ਫਿਰ ਆਪਾਂ ਰਿਵਾਈਜ਼ ਕਰ ਲੈਂਦੇ ਹਾਂ ਕਿ ਉਸ ਵਿੱਚ ਆਪਾਂ ਕੀ ਪੜ੍ਹਿਆ ਸੀ। ਇੱਕ ਤਾਂ ਮੇਨ ਪੁਆਇੰਟਸ ਆਪਾਂ ਰਿਵਾਈਜ਼ ਕਰਦੇ ਹਾਂ। ਪਹਿਲੀ ਗੱਲ ਇਹ ਕਿ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਦੀ ਉਪਾਧੀ ਦਿੱਤੀ ਗਈ ਸੀ। ਉਪਾਧੀ ਮਤਲਬ ਟਾਈਟਲ ਉਹਨਾਂ ਨੂੰ ਮਿਲਿਆ ਸੀਗਾ ਰਾਸ਼ਟਰਪਿਤਾ ਦਾ। ਅਤੇ ਉਸ ਤੋਂ ਬਾਅਦ 'ਚ ਉਹਨਾਂ ਦਾ ਜਨਮ ਜਿਹੜਾ ਹੋਇਆ ਉਸ ਬਾਰੇ ਆਪਾਂ ਥੋੜ੍ਹਾ ਜਿਹਾ ਡਿਸਕਸ ਕਰ ਲੈਂਦੇ ਹਾਂ। ਜਨਮ ਹੋਇਆ ਉਹਨਾਂ ਦਾ 2 ਅਕਤੂਬਰ 1869 ਈਸਵੀ ਨੂੰ ਪੋਰਬੰਦਰ ਵਿੱਚ ਹੋਇਆ ਸੀਗਾ। ਔਰ ਪੂਰਾ ਨਾਮ ਮਹਾਤਮਾ ਗਾਂਧੀ ਜੀ ਦਾ ਹੈਗਾ ਸੀ ਮੋਹਨਦਾਸ ਕਰਮਚੰਦ ਗਾਂਧੀ। ਕਰਮਚੰਦ ਗਾਂਧੀ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ, ਜੋ ਉਹਨਾਂ ਦੇ ਨਾਮ ਦੇ ਪਿੱਛੇ ਲੱਗਾ ਹੋਇਆ ਸੀਗਾ, ਇਸ ਕਰਕੇ ਫੁੱਲ ਨੇਮ ਹੋ ਗਿਆ ਮੋਹਨਦਾਸ ਕਰਮਚੰਦ ਗਾਂਧੀ। ਔਰ ਮਾਤਾ ਦਾ ਨਾਮ ਪੁਤਲੀ ਬਾਈ ਸੀਗਾ। ਬਚਪਨ ਤੋਂ ਹੀ ਧਾਰਮਿਕ ਖਿਆਲਾਂ ਵਾਲੇ ਸਨ, ਕਿਉਂਕਿ ਮਾਤਾ ਜੀ ਉਹਨਾਂ ਦੇ ਧਾਰਮਿਕ ਖਿਆਲਾਂ ਦੇ ਸਨ, ਘਰੇਲੂ ਔਰਤ ਸਨ, ਅਤੇ ਉਹਨਾਂ ਦੀਆਂ ਸਿੱਖਿਆਵਾਂ ਦਾ ਅਸਰ ਹੀ ਮਹਾਤਮਾ ਗਾਂਧੀ 'ਤੇ ਪਿਆ ਅਤੇ ਉਹ ਵੀ ਸੱਚ ਦੇ ਰਸਤੇ 'ਤੇ ਚੱਲਦੇ ਰਹੇ। ਫਿਰ ਆਪਾਂ ਉਹਨਾਂ ਦੀ ਜੀਵਨ ਦੀ ਇੱਕ ਘਟਨਾ ਛੋਟੀ ਜਿਹੀ ਜਿਹੜੀ ਉਹ ਪੜ੍ਹੀ ਸੀਗੀ ਕਿ ਅਧਿਆਪਕ ਨੇ ਉਹਨਾਂ ਨੂੰ ਨਕਲ ਕਰਨ ਲਈ ਕਿਹਾ ਸੀਗਾ, ਪਰ ਉਹਨਾਂ ਨੇ ਨਹੀਂ ਕੀਤੀ, ਜਿਸ ਤੋਂ ਸਾਨੂੰ ਵੀ ਸਿੱਖਿਆ ਮਿਲੀ ਸੀ ਕਿ ਸਾਨੂੰ ਵੀ ਹਮੇਸ਼ਾ ਇਮਾਨਦਾਰ ਰਹਿਣਾ ਚਾਹੀਦਾ, ਸੱਚੇ ਰਹਿਣਾ ਚਾਹੀਦਾ ਔਰ ਕਦੀ ਵੀ ਨਕਲ ਨਹੀਂ ਕਰਨੀ ਚਾਹੀਦੀ। ਕਿਉਂਕਿ ਹੁਣ ਵੇਖੋ, ਜਿਵੇਂ ਆਪਣੀਆਂ ਔਨਲਾਈਨ ਕਲਾਸਿਸ ਚੱਲ ਰਹੀਆਂ ਨੇ ਔਰ ਇਹਨਾਂ ਕਲਾਸਿਸ ਦੇ ਵਿੱਚ ਕਈ ਵਾਰ ਆਪਣਾ ਔਨਲਾਈਨ ਟੈਸਟ ਵੀ ਹੁੰਦਾ ਹੈ। ਸੋ ਘਰ ਬੈਠੇ ਹੀ ਅਸੀਂ ਇਮਾਨਦਾਰੀ ਨਾਲ ਨਕਲ ਨਾ ਕਰਕੇ ਟੈਸਟ ਦੇਣਾ ਹੈ। ਇਸ ਨਾਲ ਹੀ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਔਰ ਅਸੀਂ ਸੱਚ ਦੇ ਪਾਂਧੀ ਉਹ ਬਣ ਸਕਦੇ ਹਾਂ। ਹੁਣ ਆਪਾਂ ਅੱਜ ਦਾ ਚੈਪਟਰ ਜਿਹੜਾ ਉਹ ਸਟਾਰਟ ਕਰਦੇ ਹਾਂ। ਨੈਕਸਟ ਪੇਜ ਧਿਆਨ ਨਾਲ ਸੁਣਨਾ ਬੇਟਾ, ਐਂਡ ਤੱਕ ਕਰਨਾ, ਕਿਉਂਕਿ ਬੁੱਕ ਵਰਕ ਵੀ ਮੈਂ ਨਾਲ ਹੀ ਕਰਵਾ ਦੇਣਾ ਔਰ ਤੁਸੀਂ ਨਾਲ ਹੀ ਆਪਣੀ ਨੋਟਬੁੱਕ 'ਤੇ ਜੇਕਰ ਬੁੱਕਸ ਬਾਏ ਜਿਨ੍ਹਾਂ ਨੇ ਕਰ ਲਈਆਂ ਉਹ ਬੁੱਕ 'ਤੇ ਕਰਨਗੇ, ਜਿਨ੍ਹਾਂ ਨੇ ਨਹੀਂ ਕੀਤੀਆਂ ਬਾਏ ਉਹ ਆਪਣੀਆਂ ਨੋਟਬੁੱਕਸ ਕਿਸੇ ਵੀ ਟੈਸਟ ਨੋਟਬੁੱਕ 'ਤੇ ਕਰ ਸਕਦੇ ਆ। ਓਕੇ, ਪਹਿਲਾਂ ਮੈਂ ਪਾਠ ਇੱਕ ਵਾਰੀ ਪੜ੍ਹਾਂਗੀ ਅਤੇ ਫਿਰ ਉਸ ਤੋਂ ਬਾਅਦ 'ਚ ਨਾਲ ਆਪਾਂ ਸਮਝ ਲਾਂਗੇ। ਆਪ ਨੇ ਇੰਗਲੈਂਡ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਅਤੇ ਭਾਰਤ ਆ ਕੇ ਵਕਾਲਤ ਕਰਨ ਲੱਗੇ। ਇੰਗਲੈਂਡ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਸੀ ਮਹਾਤਮਾ ਗਾਂਧੀ ਜੀ ਨੇ। ਕਾਨੂੰਨ ਮਤਲਬ ਲਾਅ ਦੀ ਡਿਗਰੀ ਸੀਗੀ, ਜਿਵੇਂ ਆਪਾਂ ਕਹਿ ਦਿੰਦੇ LLB ਕੀਤੀ ਹੋਈ ਕਿਸੇ ਨੇ, ਲਾਅ ਦੀ ਡਿਗਰੀ ਨਾ ਇੰਗਲੈਂਡ ਤੋਂ ਜਾ ਕੇ ਮਤਲਬ ਪ੍ਰਾਪਤ ਕੀਤੀ। ਇੰਗਲੈਂਡ ਵਿੱਚ ਪੜ੍ਹਨ ਵਾਸਤੇ ਗਏ ਸੀਗੇ। ਆਪ ਝੂਠ ਨਹੀਂ ਬੋਲਦੇ ਸਨ। ਇਹ ਆਪਾਂ ਪਿੱਛੇ ਡਿਸਕਸ ਕੀਤਾ ਹੈ ਕਿ ਉਹਨਾਂ ਨੇ ਆਪਣੀ ਮਾਤਾ ਤੋਂ ਸਿੱਖਿਆ ਸੀਗਾ ਕਿ ਹਮੇਸ਼ਾ ਸੱਚ ਦੇ ਪਾਂਧੀ ਬਣਨਾ। ਆਪ ਝੂਠ ਨਹੀਂ ਬੋਲਦੇ ਸਨ, ਇਸ ਲਈ ਵਕਾਲਤ ਵਿੱਚ ਬਹੁਤ ਸਫਲ ਨਾ ਹੋ ਸਕੇ। ਸਫਲ ਮਤਲਬ ਸਕਸੈਸ ਨਹੀਂ ਹੋਏ ਸੀ, ਕਾਮਯਾਬ ਨਹੀਂ ਹੋਏ ਸੀਗੇ। ਵਕਾਲਤ ਵਕੀਲ ਦੀ ਜਿਹੜਾ ਪ੍ਰੋਫੈਸ਼ਨ ਸੀ ਉਹਦੇ ਵਿੱਚ ਬਹੁਤ ਸਕਸੈਸ ਨਹੀਂ ਮਿਲੀ ਉਹਨਾਂ ਨੂੰ, ਕਿਉਂਕਿ ਉਹ ਝੂਠ ਨਹੀਂ ਬੋਲਦੇ ਸਨ। ਇਸ ਕਾਰਨ, ਕਿਉਂਕਿ ਵਕੀਲ ਦਾ ਪੇਸ਼ਾ ਇਹੋ ਜਿਹਾ ਇੱਕ ਪੇਸ਼ਾ ਹੈ, ਇੱਕ ਪ੍ਰੋਫੈਸ਼ਨ ਹੈ ਜਿਸ ਵਿੱਚ ਉਹ ਬਹੁਤ ਸਾਰੇ ਝੂਠ ਬੋਲਦੇ ਵੀ ਹਨ ਔਰ ਕਈ ਵਕੀਲ ਐਸੇ ਵੀ ਹਨ ਜਿਹੜੇ ਸੱਚ ਦੇ ਰਸਤੇ 'ਤੇ ਵੀ ਚੱਲਦੇ ਹਨ, ਪਰ ਬਹੁਤ ਸਾਰੇ ਵਕੀਲ ਜਿਹੜੇ ਉਹ ਝੂਠ ਦਾ ਹੀ ਸਹਾਰਾ ਲੈਂਦੇ ਹਨ। ਨੈਕਸਟ, ਦੱਖਣੀ ਅਫਰੀਕਾ ਵਿੱਚ ਇੱਕ ਕੰਪਨੀ ਨੇ ਆਪ ਨੂੰ ਕਾਨੂੰਨੀ ਸਲਾਹਕਾਰ ਦੇ ਰੂਪ ਵਿੱਚ ਨਿਯੁਕਤ ਕੀਤਾ। ਕਿਉਂਕਿ ਇਹਨਾਂ ਨੇ ਕਾਨੂੰਨ ਪਾਸ ਕੀਤਾ ਹੋਇਆ ਹੈ, ਕਾਨੂੰਨ ਦੀ ਡਿਗਰੀ ਹਾਸਲ ਕੀਤੀ ਸੀ, ਇਸ ਕਰਕੇ ਦੱਖਣੀ ਅਫਰੀਕਾ ਵਿੱਚ ਇੱਕ ਕੰਪਨੀ ਨੇ ਇਹਨਾਂ ਨੂੰ ਹਾਇਰ ਕਰ ਲਿਆ, ਕਾਨੂੰਨੀ ਸਲਾਹਕਾਰ ਦੇ ਰੂਪ ਵਿੱਚ ਨਿਯੁਕਤ ਕੀਤਾ। ਇਹਨਾਂ ਦੀ ਨਿਯੁਕਤੀ ਕੀਤੀ, ਭਾਵ ਇਹਨੂੰ ਅਪੁਆਇੰਟ ਕਰ ਲਿਆ। ਤਾਂ ਆਪ ਨੂੰ ਦੱਖਣੀ ਅਫਰੀਕਾ ਜਾਣ ਦਾ ਮੌਕਾ ਮਿਲਿਆ। ਜਦੋਂ ਅਪੁਆਇੰਟ ਕੀਤਾ ਫਿਰ ਆਪਣੀ ਜੋਬ ਕਰਨ ਵਾਸਤੇ, ਨੌਕਰੀ ਵਾਸਤੇ ਉਹ ਦੱਖਣੀ ਅਫਰੀਕਾ ਜਿਹੜੇ ਉਹ ਗਏ। ਉੱਥੇ ਭਾਰਤੀਆਂ ਨਾਲ ਹੁੰਦੇ ਵਿਤਕਰੇ ਵੇਖ ਕੇ ਉਹਨਾਂ ਦਾ ਮਨ ਦੁਖੀ ਹੋ ਗਿਆ। ਉੱਥੇ ਜਾ ਕਰ ਜਦੋਂ ਉਹਨਾਂ ਨੇ ਵੇਖਿਆ ਕਿ ਭਾਰਤੀਆਂ ਨਾਲ ਬਹੁਤ ਜ਼ਿਆਦਾ ਵਿਤਕਰਾ ਕੀਤਾ ਜਾਂਦਾ ਇਹਨਾਂ ਨਾਲ, ਫਿਰ ਇਹਨਾਂ ਦਾ ਮਨ ਜਿਹੜਾ ਬੜਾ ਦੁਖੀ ਹੋਇਆ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਫਿਰ ਇਹਨਾਂ ਨੇ ਕੀ ਕੀਤਾ ਅਤੇ ਉਹਨਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਉਦੇਸ਼ ਨਾਲ ਸਰਕਾਰ ਵਿਰੁੱਧ ਨਾ ਮਿਲਵਰਤਨ ਅੰਦੋਲਨ ਸ਼ੁਰੂ ਕੀਤਾ। ਮਹਾਤਮਾ ਗਾਂਧੀ ਜੀ ਨੂੰ ਜਦੋਂ ਲੱਗਿਆ ਕਿ ਨਹੀਂ, ਭਾਰਤੀਆਂ ਨਾਲ ਜਿਹੜਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇੰਨਾ ਵਿਤਕਰਾ ਹੋ ਰਿਹਾ ਇੱਥੇ, ਸੋ ਉਹਨਾਂ ਨੇ ਸੋਚਿਆ ਕਿ ਸਾਨੂੰ ਭਾਰਤ ਨੂੰ ਆਜ਼ਾਦੀ ਦਿਵਾਉਣੀ ਚਾਹੀਦੀ, ਸੁਤੰਤਰਤਾ ਮਿਲਣੀ ਚਾਹੀਦੀ ਸਾਨੂੰ। ਇਸ ਕਰਕੇ ਉਹਨਾਂ ਨੇ ਸਰਕਾਰ ਦੇ ਵਿਰੁੱਧ ਕੀ ਕੀਤਾ, ਨਾ ਮਿਲਵਰਤਨ ਅੰਦੋਲਨ। ਮੰਮੇ ਸਿਆਰੀ ਲੱਲਾ ਮਿਲ ਬਾਬਾ ਰਵਰ ਤਤਨ ਨਤਨ ਮਿਲਵਰਤਨ। ਜਦੋਂ ਕੋਈ
ਸ਼ਬਦ ਬਹੁਤ ਵੱਡਾ ਹੋਵੇ ਤੇ ਉਸਨੂੰ ਡਿਵਾਈਡ ਕਰਕੇ ਪੜ੍ਹ ਲਿਆ ਕਰੋ। ਜਿਵੇਂ ਇਸ ਤਰੀਕੇ ਨਾਲ ਮੰਮੀ ਸਾਰੀ ਲੱਲਾ ਮਿਲ, ਫਿਰ ਵਾਵਾ ਰਰ ਵਰ ਤਨ ਨਾ ਤਨ, ਮਿਲ ਵਰ ਤਨ, ਮਿਲਵਰਤਨ। ਸਰਕਾਰ ਵਿਰੁੱਧ ਨਾ ਮਿਲਵਰਤਨ ਅੰਦੋਲਨ ਸ਼ੁਰੂ ਕੀਤਾ ਸੀ। ਜਦੋਂ ਉਹਨਾਂ ਨੂੰ ਲੱਗਿਆ ਕਿ ਨਹੀਂ, ਭਾਰਤੀ ਨਾਲ ਅਜਿਹਾ ਸਲੂਕ ਜਿਹੋ ਜਿਹਾ ਕੀਤਾ ਜਾ ਰਿਹਾ ਉਹ ਨਹੀਂ ਹੋਣਾ ਚਾਹੀਦਾ, ਫਿਰ ਉਹਨਾਂ ਨੇ ਸਰਕਾਰ ਵਿਰੁੱਧ ਨਾ ਮਿਲਵਰਤਨ ਅੰਦੋਲਨ ਜਿਹੜਾ ਉਹ ਸ਼ੁਰੂ ਕੀਤਾ। ਉਹਨਾਂ ਨੇ ਸੱਤਿਆਗ੍ਰਹਿ ਦਾ ਰਾਹ ਚੁਣਿਆ ਸੀ ਉਹਨਾਂ ਨੇ, ਜਿਸ ਵਿੱਚ ਉਹਨਾਂ ਨੇ ਬਿਨਾਂ ਕਿਸੇ ਤੋੜ ਫੋੜ ਦੇ, ਬਿਨਾਂ ਕਿਸੇ ਹਿੰਸਾ ਦੇ, ਸ਼ਾਂਤਮਈ ਪੂਰਵਕ ਢੰਗ ਦੇ ਨਾਲ ਵਿਰੋਧ ਕੀਤਾ ਸੀ। ਮਤਲਬ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਸੀਗਾ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ, ਰੋਸ ਕੀਤਾ, ਮੁਜ਼ਾਹਰੇ ਕੀਤੇ, ਪਰ ਸਾਰੇ ਸ਼ਾਂਤਮਈ ਢੰਗ ਨਾਲ, ਕਿਸੇ ਦੇ ਵਿੱਚ ਵੀ ਤੋੜ ਫੋੜ ਨਹੀਂ ਕੀਤੀ ਜਾਂ ਕਿਸੇ ਦੇ ਵਿੱਚ ਵੀ ਮਤਲਬ ਗਲਤ ਤਰੀਕੇ ਨਾਲ ਆਪਣਾ ਰੋਸ ਜਿਹੜਾ ਉਹ ਪ੍ਰਗਟ ਨਹੀਂ ਕੀਤਾ। ਉਹਨਾਂ ਨੇ ਅੰਗਰੇਜ਼ਾਂ ਖਿਲਾਫ ਸਾਰੀ ਲੜਾਈ ਅਹਿੰਸਾ ਦੇ ਰਾਹ, ਵੇਖੋ ਆ ਗਿਆ ਅਹਿੰਸਾ, ਇੱਕ ਹੁੰਦਾ ਹਿੰਸਾ ਔਰ ਇੱਕ ਹੁੰਦਾ ਅਹਿੰਸਾ। ਹੁਣ ਇਹਦੇ ਅੱਗੇ ਐੜਾ ਜਿਹੜਾ ਉਹ ਅਗੇਤਰ ਲੱਗਾ ਹੋਇਆ, ਹਿੰਸਾ ਅਤੇ ਅਹਿੰਸਾ। ਸੋਚੋ, ਹਿੰਸਾ ਜਿਹੜੀ ਹੁੰਦੀ ਹੈ ਉਹਦੇ ਵਿੱਚ ਕੀ ਕੀਤਾ ਜਾਂਦਾ ਕਿ ਗਲਤ ਤਰੀਕਾ ਅਪਣਾਇਆ ਜਾਂਦਾ ਆਪਣੇ ਵਿਰੋਧ ਨੂੰ ਪ੍ਰਗਟ ਕਰਨ ਲਈ। ਅਹਿੰਸਾ ਮਤਲਬ ਸ਼ਾਂਤਮਈ ਢੰਗ ਨਾਲ ਕਿਸੇ ਦੇ ਅੱਗੇ ਆਪਣਾ ਰੋਸ ਜਿਹੜਾ ਉਹ ਰੱਖਣਾ, ਅਹਿੰਸਾ। ਠੀਕ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੋੜ ਫੋੜ ਨਹੀਂ ਕਰਨਾ, ਸ਼ਾਂਤਮਈ ਢੰਗ ਨਾਲ ਉਹਨਾਂ ਨੇ ਆਪਣੀ ਲੜਾਈ ਜਿਹੜੀ ਉਹ ਲੜੀ ਸੀ। ਸਾਰੀ ਲੜਾਈ ਅਹਿੰਸਾ ਦੇ ਰਾਹ ਤੇ ਜਿਹੜਾ ਵਾ ਇਹਦੇ ਅੱਗੇ ਵੇਖੋ, ਇੱਕ ਆਪਾਂ ਜਿਹਨਾਂ ਨੂੰ ਇੰਗਲਿਸ਼ ਦੇ ਵਿੱਚ ਤੁਸੀਂ ਬੋਲਦੇ ਸ਼ਾਰਟ ਫਾਰਮ 'ਚ ਕੋਈ ਵਰਡ ਲਿਖਦੇ ਆ, ਪੰਜਾਬੀ ਵਿੱਚ ਵੀ ਇਹੀ ਆ। ਤੇ ਦੇ ਅੱਗੇ ਲੱਗਾ ਹੋਇਆ ਇਹਨੂੰ ਬੋਲਦੇ ਛੁੱਟ ਮਰੋੜੀ। ਇਹਦਾ ਅਰਥ ਹੁੰਦਾ ਵਾ ਕਿ ਇਸ ਸਮੇਂ ਇਹ, ਜਿਵੇਂ ਇਹ ਲਿਖਿਆ ਉਹਨਾਂ ਨੇ ਅਹਿੰਸਾ ਦੇ ਰਾਹ ਉੱਤੇ, ਇਹੀ ਉੱਤੇ ਦੀ ਸ਼ਾਰਟ ਫਾਰਮ ਲਿਖੀ ਆ ਤੇ ਦੇ ਅੱਗੇ ਛੁੱਟ ਮਰੋੜੀ ਜਿਹੜੀ ਉਹ ਲਗਾਈ ਗਈ ਹੈ। ਛੁੱਟ ਮਰੋੜੀ ਉੱਤੇ ਦੀ ਮਤਲਬ ਸ਼ਾਰਟ ਫਾਰਮ, ਕਿਸੇ ਵੀ ਅੱਖਰ ਨੂੰ ਜਦੋਂ ਤੁਸੀਂ ਕਿਸੇ ਸ਼ਬਦ ਨੂੰ ਸ਼ਾਰਟ ਫਾਰਮ ਦੇ ਵਿੱਚ ਲਿਖਦੇ ਹੋ ਤਾਂ ਇਹ ਛੁੱਟ ਮਰੋੜੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਉੱਤੇ ਲਿਖਣ ਵਾਸਤੇ ਤੇ ਹੀ ਲਿਖ ਦਿੱਤਾ ਗਿਆ, ਉੱਤੇ ਨਹੀਂ ਲਿਖਿਆ ਗਿਆ, ਤਾਂ ਉਹਦੇ ਅੱਗੇ ਇੱਕ ਕੌਮਾ ਜਿਹਾ ਲਗਾ ਦਿੱਤਾ ਗਿਆ, ਇਹਨੂੰ ਬੋਲਦੇ ਆ ਛੁੱਟ ਮਰੋੜੀ। ਤੇ ਚੱਲਦੇ ਹੋਏ ਲੜੀ, ਉਹਨਾਂ ਨੂੰ ਅੰਗਰੇਜ਼ ਸਰਕਾਰ ਨੇ ਕਈ ਵਾਰ ਜੇਲ੍ਹ ਵੀ ਭੇਜਿਆ, ਅਨੇਕਾਂ ਕਸ਼ਟ ਦਿੱਤੇ, ਪਰ ਗਾਂਧੀ ਜੀ ਆਪਣੇ ਅਸੂਲਾਂ ਉੱਤੇ ਡਟੇ ਰਹੇ। ਅੰਤ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ।